ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਦਸਮ ਦੁਆਰਾ ਅਗਮ ਅਪਾਰਾ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ। ਸਾਧ ਸੰਗਤ, ਦਸਵਾਂ ਦੁਆਰਾ ਮਤੀ ਨੂੰ ਹੀ ਕਹਿੰਦੇ ਆ, ਕਿਉਂਕਿ ਨੌ ਦੁਆਰੇ ਉਹ ਦਿਸਦੇ ਪਏ ਨੇ ਤੇ ਉਹਨਾਂ ਨੂੰ ਦੇਖ ਕੇ ਜੀਵ ਭਟਕਦਾ ਤੇ ਅੱਖਾਂ ਤੋਂ ਉੱਤੇ ਭਰਵੱਟਿਆਂ ਤੋਂ ਉੱਤੇ ਜਿਹੜਾ ਹਿੱਸਾ ਵਾ ਉਸੇ ਨੂੰ ਹੀ ਦਸਵਾਂ ਦੁਆਰ ਕਹਿੰਦੇ ਨੇ। ਕੋਈ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੈਗਾ, ਸਿਰਫ ਅਭਿਆਸ ਕਰਨ ਦੀ ਹੀ ਗੱਲ ਹੁੰਦੀ ਆ। ਤੋ ਜਦੋਂ ਇਸ ਦਸਮ ਦੁਆਰ ਦੇ ਵਿੱਚ ਧਿਆਨ ਰੱਖਦੇ ਆ ਤੋ ਭਾਈ ਇੱਥੇ ਸੁੰਨ ਮੰਡਲ ਪ੍ਰਗਟ ਹੁੰਦੀ ਹੈ। ਸੁੰਨ ਵਾ ਇੱਥੇ ਬਹੁਤ ਵੱਡੀ ਸ਼ਨਾਟਾ ਜਿਹਨੂੰ ਕਹਿੰਦੇ ਆ, ਔਰ ਇਸੇ ਸ਼ਨਾਟੇ ਦਾ ਕਰਕੇ ਹੀ ਇੱਥੇ ਪਹੁੰਚਦਿਆਂ ਹੀ ਮਨ ਨੂੰ ਸ਼ਾਂਤੀ ਆਉਂਦੀ ਹੈ, ਮਨ ਨੂੰ ਸਕੂਨ ਆਉਂਦਾ। ਕਿਉਂਕਿ ਜਿਹੜਾ ਚਿੱਤ ਆ ਉਹ ਫੁਰਨਿਆਂ ਦੇ ਨਾਲ ਹੀ ਅਸ਼ਾਂਤ ਹੁੰਦਾ, ਅਤੇ ਜਦੋਂ ਫੁਰਨੇ ਨਹੀਂ ਹੁੰਦੇ ਤਾਂ ਆਪਣੇ ਆਪ ਹੀ ਇੱਥੇ ਉਹ ਸ਼ਾਂਤ ਹੋ ਜਾਂਦਾ। ਤੋ ਮਹਾਰਾਜ ਕਹਿੰਦੇ ਨੇ ਕਿ ਅਗੰਮ ਗਮ ਤੋਂ ਰਹਿਤ, ਤੋ ਕੋਈ ਵੀ ਸੰਸਾਰ ਦੇ ਵਿੱਚ ਵਸਤੂ ਇੱਦਾਂ ਦੀ ਨਹੀਂ ਹੈਗੀ, ਕੋਈ ਵੀ ਥਾਂ ਇੱਦਾਂ ਦਾ ਨਹੀਂ ਹੈਗਾ ਜਿਹੜਾ ਗਮ ਤੋਂ ਰਹਿਤ ਆ। ਲੇਕਿਨ ਇਹ ਦਸਵਾਂ ਦੁਆਰ ਜਿਹੜਾ ਇਹੋ ਹੀ ਗਮ ਤੋਂ ਰਹਿਤ ਆ। ਤਾਂ ਹੀ ਮਹਾਰਾਜ ਕਹਿੰਦੇ ਨੇ ਕਿ ਨਿਜ ਕਰ ਮਹਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏਗੋ ਫੇਰਾ। ਨਿਜ ਘਰ ਕਿ ਭਾਈ ਇਹ ਜੀਵ ਦਾ ਨਿੱਜੀ ਘਰ ਆ, ਇਹ ਜੀਵ ਦਾ ਵਿਸ਼ਰਾਮ ਆ। ਤੋ ਨਿੰਦਿਆ ਚੁਗਲੀ ਈਰਖਾ ਵਖੀਲੀ ਰਾਗ ਦਵੇਸ਼ ਦੁੱਖ ਤੋਂ ਬਚਣ ਵਾਸਤੇ ਇੱਥੇ ਹੀ ਧਿਆਨ ਕੀਤਿਆਂ ਸੁੰਨ ਮੰਡਲ ਪ੍ਰਾਪਤ ਹੁੰਦੀ ਹੈ, ਸਹਿਜ ਮੰਡਲ ਪ੍ਰਾਪਤ ਹੁੰਦੀ ਹੈ, ਤੋ ਸੁੱਖ ਮਿਲਦਾ। ਕਿਉਂਕਿ ਬਾਹਰ ਮੁਖੀ ਬਿਰਤੀ ਜ਼ਿਆਦਾ ਹੋਣ ਕਰਕੇ ਇੱਥੇ ਰੁਕਦੀ ਨਹੀਂ। ਔਰ ਕਿਉਂ ਨਹੀਂ ਰੁਕਦੀ? ਕਿਉਂਕਿ ਰੁਕਣ ਦਾ ਸੁਭਾਅ ਨਹੀਂ ਹੈਗਾ। ਕੋਈ ਵੀ ਚੀਜ਼ ਆ ਜਿਹੜੀ ਉਹ ਅਭਿਆਸ ਕਰਕੇ ਹੀ ਉਹ ਐਕਸਪਰਟ ਹੁੰਦਾ। ਤੋ ਅਪਾਰਾ ਦਾ ਮਤਲਬ ਕਿ ਬਹੁਤ ਸੰਭਾਵਨਾਵਾਂ ਇੱਥੇ ਸੁਖੀ ਹੋਣ ਦੀਆਂ। ਤੋ ਦੇਖੋ, ਜਦੋਂ ਵੀ ਕੋਈ ਸ਼ਹਿਰ ਦੇ ਵਿੱਚ ਘਰ ਬਣਾਉਂਦਾ ਅਤੇ ਉਹ ਸਭ ਕੁਝ ਦੇਖਦਾ ਕਿ ਮੇਰੇ ਇਰਦ ਗਿਰਦ ਸੁਸਾਇਟੀ ਕਿੱਦਾਂ ਦੀ ਆ, ਲੋਕ ਕਿੱਦਾਂ ਦੇ ਆ, ਕੋਈ ਸ਼ਰਾਬੀ ਕਬਾਬੀ ਤਾਂ ਨਹੀਂ, ਜੂਏ ਖੇਡਣ ਵਾਲੇ ਤਾਂ ਨਹੀਂ, ਕੋਈ ਚੋਰ ਚੱਕੇ ਤਾਂ ਨਹੀਂ, ਅਨਪੜ੍ਹ ਲੋਕ ਤਾਂ ਨਹੀਂ ਹੈਗੇ, ਹੋਰ ਤਰ੍ਹਾਂ ਦੀ ਦੁਨੀਆ ਤਾਂ ਨਹੀਂ ਹੈਗੀ ਅਨਪੜ੍ਹ ਨਿੰਦਿਆ ਚੁਗਲੀ ਕਰਨ ਵਾਲੀ। ਕੋਈ ਪਾਣੀ ਦਾ ਇੱਥੇ ਅਰੇਂਜਮੈਂਟ ਹੈਗਾ, ਸੀਵਰੇਜ ਹੈਗਾ, ਸਾਰਾ ਕੁਝ ਦੇਖ ਕੇ ਫਿਰ ਘਰ ਬਣਾਉਂਦੇ ਆ। ਤੋ ਮਹਾਰਾਜ ਕਹਿੰਦੇ ਕਿ ਭਾਈ ਤੂੰ ਸਰੀਰ ਨੂੰ ਤਾਂ ਸੁਰੱਖਿਅਤ ਕਰ ਲਿਆ ਇੱਦਾਂ ਦਾ ਸਾਰਾ ਕੁਝ ਸਹੂਲਤ ਦੇਖ ਕੇ,
ਪਰ ਸਰੀਰ ਦੇ ਵਿੱਚ ਭਾਈ ਜਿਹੜਾ ਜੀਵ ਆਤਮਾ ਵਾ ਉਹਦਾ ਘਰ ਤੇ ਬਣਾਇਆ ਹੀ ਨਾ। ਉਹਦਾ ਘਰ ਨਾ ਤੂੰ ਬਣਾਇਆ, ਉਹਦਾ ਘਰ ਇਹ ਨਹੀਂ ਹੈਗਾ। ਉਹਦਾ ਘਰ ਭਾਈ ਮਤੀ ਦੇ ਵਿੱਚ, ਦਸਵੇਂ ਦਵਾਰ ਦੇ ਵਿੱਚ ਜਿਹੜਾ ਸਤਚਿਤ ਆਨੰਦ ਸਰੂਪ ਪਰਮਾਤਮਾ ਪ੍ਰਗਟ ਹੁੰਦਾ, ਉਹ ਉਹਦਾ ਘਰ ਆ। ਕਿਉਂਕਿ ਜੀਵ ਜਿਹੜਾ ਉਹ ਵਿਛੜਿਆ ਪਰਮਾਤਮਾ ਤੋਂ ਹੀ ਆ। ਜਿਵੇਂ ਸਮੁੰਦਰ ਤੋਂ ਪਾਣੀ ਵਿਛੜਿਆ ਅਤੇ ਬਰਫ਼ ਬਣ ਕੇ ਪਹਾੜੀਆਂ ਦੇ ਉੱਤੇ ਭਾਵੇਂ ਉਹ ਬੈਠ ਵੀ ਗਿਆ, ਪਰ ਫਿਰ ਵੀ ਉਹ ਪਾਣੀ ਉੱਤੇ ਰੁਕਿਆ ਨਹੀਂ। ਨਦੀਆਂ ਦੇ ਰੂਪ ਦੇ ਵਿੱਚ ਭਾਈ ਪਾਣੀ ਉਹ ਆਪਣੇ ਸਮੁੰਦਰ ਵਾਲੇ ਪਾਸੇ ਨੂੰ ਨਿੱਝ ਕਰਨ ਨੂੰ ਵੱਧਦਾ, ਕਿਉਂਕਿ ਪਹਾੜਾਂ ਦੇ ਉੱਤੇ ਜਿਹੜੀ ਬਰਫ਼ ਪਾਣੀ ਆ ਉਹਦਾ ਜਿਹੜਾ ਨਿੱਝ ਘਰ ਹੈ ਉਹ ਸਮੁੰਦਰ ਆ। ਇੱਦਾਂ ਹੀ ਅਗਨੀ ਜਿਹੜੀ ਆ ਉਹ ਵੀ ਸੂਰਜ ਵਾਲੇ ਪਾਸੇ ਨੂੰ ਦੌੜਦੀ ਹੈ, ਕਿਉਂਕਿ ਸੂਰਜ ਜਿਹੜਾ ਅਗਨੀ ਦਾ ਨਿੱਝ ਘਰ ਆ। ਤੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜਾ ਜੀਵ ਆ ਇਹ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਅੰਸ਼ ਆ। ਤੋ ਅੰਸ਼ ਹੋਣ ਕਰਕੇ ਇਹ ਉਹਨੂੰ ਮਿਲਣਾ ਚਾਹੁੰਦਾ, ਅਤੇ ਉਹਦੇ ਵਿੱਚ ਮਿਲਿਆ ਹੀ ਇਹਨੂੰ ਸ਼ਾਂਤੀ ਨਸੀਬ ਹੋਣੀ ਆ। ਉਹੋ ਹੀ ਪਰਮਾਤਮਾ ਦੇ ਵਿੱਚ ਮਿਲਿਆ ਹੀ ਇਹਦਾ ਨਿੱਝ ਘਰ ਇਹਨੂੰ ਪ੍ਰਾਪਤ ਹੋਣਾ। ਤੋ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੱਛੂ ਕੁੰਮਾ ਹੁੰਦਾ, ਕੱਛੂ ਕੁੰਮਾ ਜਦੋਂ ਉਹਨੂੰ ਸ਼ੇਰ ਹਮਲਾ ਕਰਦਾ ਅਤੇ ਉਹ ਆਪਣੇ ਜਿਹੜੇ ਅੰਗ ਨੇ ਉਹ ਸਮੇਟ ਲੈਂਦਾ। ਤੋ ਸਮੇਟਣ ਕਰਕੇ ਕੱਛੂ ਕੁੰਮਾ ਜਿਹੜਾ ਹੈਗਾ ਉਹ ਸੁਰੱਖਿਅਤ ਹੋ ਜਾਂਦਾ ਅਤੇ ਸ਼ੇਰ ਹਮਲਾ ਨਹੀਂ ਕਰਦਾ ਅਤੇ ਸ਼ੇਰ ਹਾਰ ਜਾਂਦਾ। ਤੋ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਕਾਮ ਕਰੋ ਲੋਭ ਮੋਹ ਹੰਕਾਰ ਆ, ਨਿੰਦਿਆ ਚੁਗਲੀ ਈਰਖਾ ਵਕੀਲੀ ਆ, ਇਹ ਮਾਇਆਵੀ ਹਮਲਾ ਹੁੰਦਾ। ਤੋ ਇਸ ਮਾਇਆਵੀ ਹਮਲੇ ਤੋਂ ਬਚਣ ਵਾਸਤੇ ਇਹ ਜਿਹੜਾ ਮੱਥੇ ਦੇ ਵਿੱਚ ਜਿਹੜਾ ਦਸਮ ਦਵਾਰ ਆ ਉਹਦੇ ਵਿੱਚ ਜਾਣਾ ਚਾਹੀਦਾ। ਉੱਥੇ ਜਾਣ ਦੇ ਨਾਲ ਹੀ ਇਹ ਚਿੰਤਾ, ਜੋ ਵੀ ਦੁੱਖ ਵਾ, ਤਣਾਅ ਆ, ਭੈ ਆ, ਇਹ ਸਾਰਾ ਹੀ ਨਾਸ ਹੋ ਜਾਂਦਾ। ਕਿਉਂਕਿ ਬੁੱਧਮ ਹਰਣਮ ਨਰਕਮ ਪਰਣਮ, ਮਹਾਰਾਜ ਕਹਿੰਦੇ ਆ ਕਿ ਜਦੋਂ ਬੁੱਧੀ ਦਾ ਹਰਨ ਹੋ ਜਾਂਦਾ, ਜਿਉਂ-ਜਿਉਂ ਤੂੰ ਮਤੀ ਤੋਂ ਦੂਰ ਜਾਏਗਾ ਉਦੋਂ ਤੂੰ ਦੁਖੀ ਹੋ ਜਾਏਗਾ, ਅਤੇ ਜਦੋਂ ਤੂੰ ਮਤੀ ਦੇ ਕੋਲ ਆ ਜਾਏਗਾ, ਜਿਸ ਤਰ੍ਹਾਂ ਕਹਿੰਦੇ ਹੁੰਦੇ ਕਿ ਨਹੀਂ, ਜੋ ਸ਼ਰਨ ਆਵੇ ਤਿਸੇ ਕੰਠ ਲਾਵੇ, ਕਿ ਜਿਹੜੀ ਮੱਤ ਹੁੰਦੀ ਹੈ ਨਾ, ਸ਼ੁਭ ਮੱਤ, ਇਹ ਪਰਮਾਤਮਾ ਦਾ ਰੂਪ ਹੁੰਦਾ। ਅਤੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਦਾ ਮਤਲਬ ਇਹ ਹੁੰਦਾ ਵਾ ਕਿ ਜੀਵ ਸ਼ੁਭ ਵਿਚਾਰ ਵਾਲੇ ਪਾਸੇ ਆ ਜਾਏ। ਜੇ ਉਹ ਸ਼ੁਭ ਵਿਚਾਰ ਵਾਲੇ ਪਾਸੇ ਨਹੀਂ ਆਉਂਦਾ ਤਾਂ ਉਹਨੂੰ ਪਰਮਾਤਮਾ ਕੋਈ ਵੀ ਨਹੀਂ ਬਚਾ ਸਕਦਾ, ਅਤੇ ਜੇ ਉਹ ਸ਼ੁਭ ਵਿਚਾਰ ਵਾਲੇ ਪਾਸੇ ਆ ਗਿਆ ਤਾਂ ਸਮਝ ਲਓ ਕਿ ਪਰਮਾਤਮਾ ਸ਼ੁਭ ਵਿਚਾਰ ਦੇ ਰੂਪ ਦੇ ਵਿੱਚ ਹੀ ਬਚਾਉਂਦਾ। ਤਾਂ ਮਹਾਰਾਜ ਕਹਿੰਦੇ ਨੇ ਕਿ ਬੁੱਧਮ ਹਰਣਮ ਨਰਕਮ ਪਰਣਮ, ਜਦੋਂ ਕਿਸੇ ਨੂੰ ਦੁੱਖ ਦੇਣਾ ਹੁੰਦਾ ਅਤੇ ਪਰਮਾਤਮਾ ਦੀ ਜਿਹੜੀ ਮਾਇਆ ਸ਼ਕਤੀ ਆ ਉਹ ਉਹਦੀ ਬੁੱਧੀ ਦਾ ਹਰਨ ਕਰ ਲੈਂਦੀ ਹੈ, ਬੁੱਧੀ ਦਾ ਹਰਨ ਕਰ ਲੈਂਦੀ ਆ, ਅਤੇ ਜੀਵ ਆਪਣੇ ਹੱਥਾਂ ਦੇ ਨਾਲ ਹੀ ਕਈ ਵਾਰੀ ਜ਼ਹਿਰ ਵੀ ਖਾ ਲੈਂਦਾ। ਜੇ ਜ਼ਹਿਰ ਨਹੀਂ ਖਾਂਦਾ ਤਾਂ ਫਿਰ ਕਈ ਵਾਰੀ ਮਿੱਠਾ ਜ਼ਿਆਦਾ ਖਾ ਲੈਂਦਾ, ਸ਼ੂਗਰ ਹੋ ਜਾਂਦੀ ਹੈ। ਕਈ ਵਾਰੀ ਲੂਣ ਜ਼ਿਆਦਾ ਖਾ ਲੈਂਦਾ, ਬਲੱਡ ਪ੍ਰੈਸ਼ਰ ਵੱਧ ਜਾਂਦਾ। ਇਹੋ ਜਿਹੀਆਂ ਚੀਜ਼ਾਂ ਜ਼ਿਆਦੀਆਂ ਖਾ ਲੈਂਦਾ ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ। ਤੋ ਉਹਦਾ ਮਤਲਬ ਇਹ ਹੁੰਦਾ ਕਿ ਬੁੱਧੀ ਦਾ ਹਰਨ ਹੋਇਆ, ਬੁੱਧੀ ਵਿਚਾਰਹੀਨ ਹੋ ਗਈ ਹੈ। ਤੋ ਮਹਾਰਾਜ ਕਹਿੰਦੇ ਕਿ ਬੁੱਧੀ ਨੂੰ ਵਿਚਾਰਹੀਣ ਨਹੀਂ ਕਰਨਾ, ਬੁੱਧੀ ਨੂੰ ਵਿਚਾਰਸ਼ੀਲ ਕਰਨਾ, ਕਿ ਬੁੱਧੀ ਦੀ ਸ਼ਰਨ ਦੇ ਵਿੱਚ ਜਾਣਾ, ਅਤੇ ਤਾਂ ਹੀ ਬੁੱਧੀ ਵਿਚਾਰਸ਼ੀਲ ਹੋਵੇਗੀ। ਜੇ ਬੁੱਧੀ ਦੀ ਸ਼ਰਨ 'ਚ ਜਾਵਾਂਗੇ ਅਤੇ ਬੁੱਧੀ ਜਿਹੜੀ ਹੈਗੀ ਆ ਉਹ ਮੱਥੇ ਦੇ ਵਿੱਚ ਆ। ਤੋ ਇੱਥੇ ਜਦੋਂ ਸ਼ਰਨ ਦੇ ਵਿੱਚ ਜਾਂਦੇ ਹਾਂ ਅਤੇ ਫਿਰ ਮਤੀ ਜਿਹੜੀ ਹੈਗੀ ਆ ਵਿਵੇਕ ਹੋ ਜਾਂਦੀ ਹੈ, ਤੋ ਸਾਰਾ ਕੁਝ ਹੀ ਭੁੱਲ ਜਾਂਦਾ। ਤੋ ਮਹਾਰਾਜ ਕਹਿੰਦੇ ਕਿ ਜਿਸ ਤਰ੍ਹਾਂ ਇਸਤਰੀ ਆਪਣੇ ਅੰਗ ਦੇਖ ਕੇ ਦੁਖੀ ਹੁੰਦੀ ਹੈ, ਵਾਲ ਦੇਖ ਕੇ ਦੁਖੀ ਹੁੰਦੀ ਹੈ,
ਪੁਰਸ਼ ਜਿਹੜਾ ਹੈਗਾ ਉਹ ਵੀ ਆਪਣੇ ਸਰੀਰ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ। ਸਰੀਰ ਨੂੰ ਦੇਖਦਾ ਵਾ, ਚਿਹਰੇ 'ਚ ਅੰਗ ਪੈਰ ਦੇਖਦਾ ਵਾ, ਉਹਨੂੰ ਆਪਣੇ ਅੰਗ ਪੈਰ, ਲੰਬਾਈ, ਚੌੜਾਈ ਸਭ ਕੁਝ ਉਹਨੂੰ ਅਧੂਰਾ ਅਧੂਰਾ ਲੱਗਦਾ ਕਿ ਮੈਂ ਉਹ ਜਿਹਾ ਨਹੀਂ ਗਾ, ਮੈਂ ਇੱਦਾਂ ਦਾ ਹੋਣਾ ਚਾਹੀਦਾ ਸੀਗਾ। ਜਨਾਨੀ ਵੀ ਕਦੀ ਵੀ ਸੰਤੁਸ਼ਟ ਨਹੀਂ ਹੋਈ, ਉਹ ਵੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਚਿਹਰੇ ਉੱਤੇ ਮਲੀ ਜਾਊ। ਵਾਲਾਂ ਨੂੰ ਲੰਮੇ ਕਰਨ ਵਾਸਤੇ ਕਈ ਤਰ੍ਹਾਂ ਦੇ ਸਾਧਨ ਵਰਤੂਗੀ, ਉਹਨੂੰ ਸਭ ਨੂੰ ਆਪਣਾ ਚਿਹਰਾ ਸੁੰਦਰ ਨਹੀਂ ਲੱਗਦਾ। ਵਾਲ ਵੀ ਉਹਨੂੰ ਖੂਬਸੂਰਤ ਨਹੀਂ ਲੱਗਦੇ, ਦੂਸਰੇ ਚੰਗੇ ਲੱਗਦੇ ਆ। ਤਾਂ ਪੁਰਸ਼ ਦਾ ਵੀ ਇਹੀ ਹਾਲ ਆ। ਪੁਰਸ਼ ਨੂੰ ਵੀ ਲੱਗਦਾ ਵਾ ਕਿ ਮੈਂ ਲਿੱਸਾਂ, ਦੂਸਰੇ ਸਾਰੇ ਤਗੜੇ ਆ। ਤੋ ਕੋਈ ਲੰਬਾਈ ਤੋਂ ਦੁਖੀ ਆ, ਕੋਈ ਆਪਣੇ ਰੰਗ ਤੋਂ ਦੁਖੀ ਆ। ਪੁਰਸ਼ ਤੋਂ ਸਾਰੇ ਦੁਖੀ ਆ। ਕਿਉਂ ਦੁਖੀ ਆ? ਕਿਉਂਕਿ ਅੰਗਾਂ ਪੈਰਾਂ ਨੂੰ ਦੇਖਦੇ, ਨੌਂ ਦੁਆਰਿਆਂ ਨੂੰ ਦੇਖਦੇ ਆ। ਜਿੰਨਾ ਚਿਰ ਨੌਂ ਦੁਆਰਿਆਂ ਨੂੰ ਦੇਖਾਂਗੇ ਓਨਾ ਚਿਰ ਭਾਈ ਦੁਖੀ ਹੋਵਾਂਗੇ। ਜਦੋਂ 10ਵੇਂ ਦੁਆਰ ਨੂੰ ਦੇਖਾਂਗੇ, 10ਵੇਂ ਦੁਆਰ ਦੇ ਵਿੱਚ ਆਪਣਾ ਸੁਰਤੀ ਲਾਵਾਂਗੇ, ਤਾਂ ਫਿਰ ਭਾਈ ਸੁਖੀ ਹੋ ਜਾਵਾਂਗੇ, ਕਿਉਂਕਿ ਉਹ ਸ਼ਨਾਟਾ ਉੱਥੇ ਉੱਥੇ ਸੋਨਿਆ। ਤੋ ਦੇਖੋ ਸਾਧ ਸੰਗਤ, ਇਹ ਮਤਲਬ ਇਹੋ ਹੀ ਆ ਕਿ ਜਦੋਂ ਗੁਰੂ ਜੀ ਦੀ ਆਪਾਂ ਫੋਟੋ ਦੇਖਦੇ ਹਾਂ, ਉਹਨਾਂ ਦੇ ਨੇਤਰ ਥੋੜ੍ਹੇ ਜਿਹੇ ਚੜ੍ਹੇ ਹੁੰਦੇ ਆ, ਥੋੜ੍ਹੇ ਜਿਹੇ ਨੇਤਰ ਚੜ੍ਹੇ ਹੁੰਦੇ ਆ। ਤਾਂ ਇਹਦਾ ਮਤਲਬ ਇਹ ਹੈਗਾ ਕਿ 60% ਉਹ ਸੰਸਾਰ ਦੇ ਵਿੱਚ ਧਿਆਨ ਹੁੰਦਾ ਅਤੇ 40% ਉਹਨਾਂ ਦਾ 10ਵੇਂ ਦੁਆਰ ਵੱਲ, ਤੁਰੀਆ ਵੱਲ ਧਿਆਨ ਹੁੰਦਾ। ਤਾਂ ਹੀ ਉਹਨਾਂ ਨੂੰ ਕੋਈ ਵੀ ਮੋਹ ਮਮਤਾ ਨਹੀਂ ਸਤਾਉਂਦੀ। ਤਾਂ ਮਤਲਬ ਕਿ ਸੁਰਤੀ ਨੂੰ, ਧਿਆਨ ਨੂੰ ਤੁਰੀਆ ਵਿੱਚ ਰੱਖਦੇ ਆ। ਦੇਖੋ, ਇਹ ਤਾਂ ਤੁਰੀਆ ਅਵਸਥਾ ਪਰਮਾਤਮਾ ਦਾ ਜਦੋਂ ਬ੍ਰਹਮ ਗਿਆਨ ਹੁੰਦਾ, ਸਤਿਚਿਤ ਆਨੰਦ ਸਰੂਪ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਆ, ਉਦੋਂ ਬਾਅਦ ਹੀ ਇਹ ਤੁਰੀਆ ਅਵਸਥਾ ਪ੍ਰਾਪਤ ਹੁੰਦੀ, ਸਹਿਜ ਅਵਸਥਾ ਪ੍ਰਾਪਤ ਹੁੰਦੀ ਆ। ਇਹ ਉਹਨਾਂ ਚਿਰ ਪ੍ਰਾਪਤ ਨਹੀਂ ਹੋ ਸਕਦੀ। ਬਹੁਤ ਲੰਮੀ ਚੌੜੀ ਸਾਧਨਾ ਕਰਨੀ ਪਈ, ਫਿਰ ਅਕਾਲ ਪੁਰਖ ਵਾਹਿਗੁਰੂ ਦੀ ਦਇਆ ਕਰਕੇ ਬ੍ਰਹਮ ਗਿਆਨ ਹੋਇਆ। ਔਰ ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਹੀ ਇਹ ਸਾਰੇ ਸੁੱਖ ਮਿਲਦੇ ਨੇ, ਪਹਿਲੋਂ ਨਹੀਂ ਮਿਲਦੇ। ਕਿਉਂਕਿ ਉਹ ਨਿਰਗੁਣ ਆ ਪਰਮਾਤਮਾ, ਪਰਮਾਤਮਾ ਦੇ ਵਿੱਚ ਗੁਣ ਕੋਈ ਨਹੀਂ ਹੈਗਾ। ਤੋ ਦੇਖੋ ਕਿ ਜਿਸ ਤਰ੍ਹਾਂ ਦੁੱਧ ਹੁੰਦਾ, ਜਦੋਂ ਦੁੱਧ ਨੂੰ ਚੋਨੇ ਆ ਤੇ ਉਹਦੇ ਵਿੱਚ ਕੋਈ ਗੁਣ ਨਹੀਂ ਹੁੰਦਾ। ਕੋਈ ਗੁਣ ਹੁੰਦਾ ਉਹਦੇ 'ਚ? ਕੋਈ ਗੁਣ ਨਹੀਂ ਹੁੰਦਾ। ਤੇ ਜਦੋਂ ਉਹ ਦੁੱਧ ਕਿਸੇ ਸੁਆਣੀ ਦੇ ਹੱਥ ਵਿੱਚ ਆਉਂਦਾ, ਕਿਸੇ ਨਾਰੀ ਦੇ ਹੱਥ ਵਿੱਚ ਆਉਂਦਾ, ਤੇ ਉਹ ਉਹਨੂੰ ਤੱਤਾ ਕਰਕੇ ਤੇ ਭਾਈ ਉਹਦਾ ਦਹੀਂ ਵੀ ਬਣਾਉਂਦੀ ਆ, ਖੀਰ ਵੀ ਬਣਾਉਂਦੀ ਆ, ਪਨੀਰ ਵੀ ਬਣਾਉਂਦੀ ਆ, ਉਹਦਾ ਘਿਓ ਬਣਾਉਂਦੀ ਆ। ਤੋ ਕਹਿਣ ਦਾ ਮਤਲਬ ਕਿ ਜਿੰਨਾ ਕੁ ਉਹਨੂੰ ਗਿਆਨ ਆ, ਉਨੀਆਂ ਕਿ ਉਹਦੀਆਂ ਆਈਟਮਾਂ ਬਣਾ ਲੈਂਦੀ ਆ। ਪਰ ਜੇਕਰ ਇਹੋ ਹੀ ਦੁੱਧ ਕਿਸੇ ਮਾਹਿਰ ਹਲਵਾਈ ਦੇ ਹੱਥ ਵਿੱਚ ਆ ਜਾਵੇ ਤੇ ਉਹ ਅਨੇਕਾਂ ਪ੍ਰਕਾਰ ਦੀਆਂ ਮਠਿਆਈਆਂ ਬਣਾ ਕੇ ਸ਼ੋਕੇਸ ਵਿੱਚ ਰੱਖ ਦਿੰਦਾ। ਤੋ ਭਾਈ ਦੁੱਧ ਦੇ ਵਿੱਚ ਕਿੱਥੇ ਸੀਗੀਆਂ ਮਠਿਆਈਆਂ, ਕਿੱਥੇ ਸੀ ਪਨੀਰ? ਤੋ ਦੁੱਧ ਜਿਹੜਾ ਉਹ ਨਿਰਗੁਣ ਆ, ਦੁੱਧ ਵਿੱਚ ਕੋਈ ਗੁਣ ਨਹੀਂ ਹੈਗਾ, ਪਰ ਉਹਨੂੰ ਗਿਆਨ ਦੁਆਰਾ ਉਹਦੇ ਫਾਇਦੇ ਲਏ ਜਾ ਸਕਦੇ ਨੇ। ਤੋ ਸੁਆਣੀ ਨੇ ਉਨੇ ਕੁ ਫਾਇਦੇ ਲਏ ਜਿੰਨਾ ਕੁ ਉਹਨੂੰ ਗਿਆਨ ਸੀਗਾ, ਤੇ ਹਲਵਾਈ ਨੇ ਬਹੁਤ ਜ਼ਿਆਦਾ ਫਾਇਦੇ ਲੈ ਲਏ ਕਿਉਂਕਿ ਉਹਨੂੰ ਗਿਆਨ ਬਹੁਤ ਜ਼ਿਆਦਾ ਸੀਗਾ ਮਠਿਆਈਆਂ ਬਣਾਉਣ ਦਾ। ਤੋ ਇਸੇ ਤਰ੍ਹਾਂ ਨਿਰਗੁਣ ਪ੍ਰਮਾਤਮਾ ਜਿਹੜਾ ਭਾਈ, ਉਹ ਜਦੋਂ ਪ੍ਰਕਾਸ਼ਮਾਨ ਹੁੰਦਾ ਤੇ ਉਹ ਉਹਦੇ 'ਚ ਕੋਈ ਗੁਣ ਨਹੀਂ ਹੁੰਦਾ। ਪਰ ਜਦੋਂ ਉਹਦਾ ਫਾਇਦਾ ਲਈਦਾ, ਗਿਆਨ ਦੁਆਰਾ ਫਾਇਦਾ ਲਈਦਾ, ਤੇ ਫਿਰ ਉਹ ਬ੍ਰਹਮ ਜਿਹੜਾ ਗਿਆਨ ਹੋ ਜਾਂਦਾ ਹੈ ਨਾ। ਪਹਿਲੋਂ ਬ੍ਰਹਮ ਪ੍ਰਗਟ ਹੁੰਦਾ ਵਾ, ਤੇ ਜਦੋਂ ਉਹਦਾ ਆਪਾਂ ਫਾਇਦਾ ਲੈਂਦੇ ਹਾਂ ਗਿਆਨ ਦੁਆਰਾ, ਤੇ ਫਿਰ ਉਹ ਬ੍ਰਹਮ ਗਿਆਨ ਬਣ ਜਾਂਦਾ। ਤੋ ਇਸ ਕਰਕੇ ਇਹ ਜਿਹੜਾ 10ਵੇਂ ਦੁਆਰ ਦੇ ਵਿੱਚ ਸੁਰਤੀ ਲੈ ਕੇ ਜਾਣੀ, ਇਹ ਬ੍ਰਹਮ ਗਿਆਨੀ ਤੋਂ ਬਗੈਰ ਜਿਹੜਾ ਦੂਸਰਾ ਉਹ ਵੀ ਲਿਜਾ ਸਕਦਾ। ਤੋ ਜਿਸ ਤਰ੍ਹਾਂ ਰੇਲ ਦਾ ਸਟੇਸ਼ਨ ਹੁੰਦਾ, ਤੇ ਰੇਲ ਦੇ ਸਟੇਸ਼ਨ ਦੇ ਉੱਤੇ ਪਹਿਲੇ ਸਮਿਆਂ ਦੇ ਵਿੱਚ ਕੋਇਲੇ ਵਾਲੀਆਂ ਗੱਡੀਆਂ ਹੁੰਦੀਆਂ ਸੀਗੀਆਂ।
ਤੇ ਜਦੋਂ ਰੇਲ ਸਟੇਸ਼ਨ ਤੇ ਆਣ ਕੇ ਖੜਾਉਂਦੀ ਆ ਤੇ ਫਿਰ ਉਹਦੀ ਟਨਾਂ ਦੇ ਹਿਸਾਬ ਨਾਲ ਗੰਦਗੀ ਜਿਹੜੀ ਹੈਗੀ ਆ ਉਹ ਧੋਂਦੇ ਆ। ਤੇ ਜੋ ਵੀ ਰੇਲ ਦੇ ਵਿੱਚ ਕਿਸੇ ਨੇ ਗੰਦ ਮੰਦ ਪਾਇਆ ਹੁੰਦਾ, ਖਲਾਰਾ ਪਾਇਆ ਹੁੰਦਾ, ਛਿੱਲਾਂ ਸਿੱਟੀਆਂ ਹੁੰਦੀਆਂ, ਉਹ ਸਾਰੀਆਂ ਸਾਫ਼ ਕਰਦੇ ਆ। ਗੰਦ ਮੰਦ ਧੋਂਦੇ ਆ, ਉਹਦਾ ਸਫਾਈ ਕਰਦੇ ਆ। ਕੋਇਲਾ ਜਿਹੜਾ ਕੋਇਲੇ ਦੀ ਰਾਖ ਉਹ ਬਦਲਦੇ ਆ, ਨਵਾਂ ਕੋਲਾ ਪਾਉਂਦੇ ਆ ਤੇ ਸਾਫ਼ ਸਫਾਈ ਕਰਕੇ ਉਹਨੂੰ ਰੇਲ ਨੂੰ ਹੌਲੀ ਕਰਕੇ ਤੋਰਦੇ ਆ। ਤੋ ਉਸ ਸਟੇਸ਼ਨ ਦੇ ਉੱਤੇ ਜਿਹੜੀ ਰੇਲ ਆ, ਟ੍ਰੇਨ, ਉਹ ਹੌਲੀ ਹੋ ਜਾਂਦੀ ਹੈ, ਅੱਗੇ ਚੱਲਣ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਕਰਕੇ ਉਹਨੂੰ ਕਹਿੰਦੇ ਰੇਲ ਦਾ ਸਟੇਸ਼ਨ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਕਿ ਮੈਡੀਟੇਸ਼ਨ ਉਹਦਾ ਵੀ ਮਤਲਬ ਇਹ ਹੀ ਆ ਕਿ ਬਾਕੀ ਸਾਰਿਆਂ ਵਸਤੂਆਂ ਦਾ ਸਟੇਸ਼ਨ ਹੈਗਾ। ਕਿਸੇ ਦਾ ਕਿਤੇ ਹੈ, ਕੋਈ ਕਿਤੇ ਦਾ ਸਾਈਕਲ ਦਾ ਵੀ ਸਟੈਂਡ ਹੁੰਦਾ, ਬੱਸਾਂ ਦਾ ਵੀ, ਮੋਟਰਸਾਈਕਲਾਂ ਦਾ ਵੀ ਸਟੈਂਡ ਹੁੰਦਾ, ਲੇਕਿਨ ਸਰੀਰ ਦਾ ਸਟੈਂਡ ਵੀ ਹੁੰਦਾ ਜਿੱਥੇ ਲੰਮਾ ਪੈਂਦਾ। ਲੇਕਿਨ ਜਿਹੜਾ ਮਨ ਦਾ ਸਟੈਂਡ ਆ, ਮਨ ਦਾ ਜਿਹੜਾ ਸਟੇਸ਼ਨ ਆ, ਜਿੱਥੇ ਮਨ ਰੁਕਦਾ, ਉਹ 10ਵੇਂ ਦੀਵਾਰ ਦੇ ਵਿੱਚ ਜਦੋਂ ਆਪਾਂ ਮਨ ਨੂੰ ਲੈ ਕੇ ਜਾਂਦੇ ਹਾਂ, ਧਿਆਨ ਨੂੰ ਲੈ ਕੇ ਜਾਂਦੇ ਹਾਂ, ਤੇ ਭਾਈ ਜਦੋਂ ਆਪਾਂ ਇੱਥੇ ਮੱਥੇ ਦੇ ਵਿੱਚ ਥੱਲੇ ਅੰਦਰਵਾਰ ਜਦੋਂ ਮਨ ਨੂੰ, ਧਿਆਨ ਨੂੰ ਲੈ ਕੇ ਜਾਂਦੇ ਹਾਂ, ਤੇ ਉੱਥੇ ਫਿਰ ਜਿਹੜੀਆਂ ਵੀ ਮਨ ਦੇ ਵਿੱਚ ਰਾਗ ਦਵੇਸ਼ ਈਰਖਾ ਵਖੀਲੀ ਨਿੰਦਿਆ ਚੁਗਲੀ ਦੀ ਜਿਹੜੀ ਮੈਲ ਹੁੰਦੀ ਉਹ ਸਾਰੀ ਧੋਤੀ ਜਾਂਦੀ ਹੈ ਤੇ ਮਨ ਉੱਥੇ ਹੌਲਾ ਹੋ ਜਾਂਦਾ। ਇਸੇ ਕਰਕੇ ਮੈਡੀਟੇਸ਼ਨ ਜਿਹੜੀ ਹੈਗੀ ਉਹ ਸਿਖਾਈ ਜਾਂਦੀ ਹੈ, ਕਰਾਈ ਜਾਂਦੀ ਹੈ। ਜ਼ਿਆਦਾ ਹੀ ਨਹੀਂ ਗੀ, ਭਾਵਾਂ 10 ਮਿੰਟ ਹੀ ਕਰੋ, 20 ਮਿੰਟ ਹੀ ਕਰੋ, ਪਰ ਕਰੋ ਰੀਝ ਨਾਲ, ਕਰੋ ਪਿਆਰ ਦੇ ਨਾਲ। ਤੋ ਇਹ ਜਿਹੜੀ ਇੱਥੇ 10ਵੇਂ ਦੀਵਾਰ ਦੀ ਅੱਜ ਗੱਲ ਚੱਲਦੀ ਹੈ, ਸਾਧ ਸੰਗਤ, ਵਾਹਿਗੁਰੂ ਪ੍ਰਮਾਤਮਾ ਜੀ ਦੀ ਦਇਆ ਕਰਕੇ। ਤੋ ਇਹ ਜਿਹੜੀ ਨਾਸ਼ਕਾ ਹੁੰਦੀ ਹੈ ਨਾ, ਖੱਬੀ, ਇਹਨੂੰ ਈੜਾ ਕਹਿੰਦੇ ਨੇ, ਤੇ ਸੱਜੀ ਨਾਸਕਾ ਨੂੰ ਪਿੰਗਲਾ ਕਹਿੰਦੇ ਨੇ, ਤੇ ਜਿਹੜੀ ਸੁਸ਼ਮਨਾ ਵਾ ਉਹ ਤੀਸਰੀ ਆ ਸੁਸ਼ਮਨਾ। ਇਹ ਤਿੰਨੇ ਰਲ ਜਾਂਦੀਆਂ, ਇੱਥੇ ਤਰਪੈਣੀ ਬਣ ਜਾਂਦੀ ਹੈ। ਤੋ ਇਹ ਜਿਹੜੀ ਹੈਗੀ ਆ, ਇਹ ਠੰਡੀ ਹਵਾ ਦਿੰਦੀ ਹੈ ਔਰ ਇਹ ਗਰਮ ਦਿੰਦੀ ਆ। ਇਹ ਦਿਨੇ ਚੱਲਣੀ ਹੈ, ਇਹ ਰਾਤ ਨੂੰ ਚੱਲਣੀ ਹੈ। ਔਰ ਤੀਸਰੀ ਜਿਹੜੀ ਸੁਸ਼ਮਨਾ, ਉਹਨੇ ਸਾਰੇ ਸਰੀਰ ਦੀ ਜਿਹੜੀ 10ਵੇਂ ਦੀਵਾਰ ਨੂੰ ਸੋਝੀ ਦੇਣੀ। ਪੈਰ ਦੇ ਵਿੱਚ ਕੰਡਾ ਵੀ ਚੁੱਭ ਜਾਵੇ, ਉਸੇ ਵੇਲੇ ਮਤੀ ਨੂੰ ਪਤਾ ਲੱਗਦਾ, ਉਹ ਮਤੀ ਨੂੰ ਦੱਸਣ ਵਾਲੀ ਸੁਸ਼ਮਨਾ ਹੁੰਦੀ ਹੈ। ਤੋ ਮੈਡੀਟੇਸ਼ਨ ਵੀ ਇੱਥੇ ਹੀ ਕੀਤਾ ਜਾਂਦਾ, ਤਾਂ ਕਿ ਜਦੋਂ ਇੱਥੇ ਮਨ ਨੂੰ ਰੱਖ ਕੇ ਸਾਧਨਾ ਕਰਦੇ, ਧਿਆਨ ਕਰਦੇ ਹਾਂ, ਤੇ 10 ਮਿੰਟਾਂ ਦੇ ਵਿੱਚ ਹੀ ਮਨ ਜਿਹੜਾ ਹੈਗਾ ਉਹ ਸਾਰੀਆਂ ਚਿੰਤਾ ਉਹਦੀਆਂ ਤਣਾਅ ਰਹਿ ਜਾਂਦਾ। ਇੱਥੋਂ ਤੱਕ ਕਿ ਸਰੀਰਕ ਬਿਮਾਰੀਆਂ ਦੇ ਵਿੱਚ ਜਿਹੜੀ ਬਲੋਕੇਜ ਆ ਜਾਂਦੀ, ਸਰੀਰ ਦੇ ਵਿੱਚ ਬਲੋਕੇਜ ਆ ਜਾਂਦੀ ਆ, ਨਾੜੀਆਂ ਦੇ ਵਿੱਚ ਬਲੋਕੇਜ ਆ ਜਾਂਦੀ ਆ, ਸਰੀਰ ਦੇ ਵਿੱਚ ਦਰਦਾਂ ਹੁੰਦੀਆਂ, ਸਰੀਰ ਦੁਖਦਾ, ਉਹ ਸਾਰਾ ਕੁਝ ਹੀ ਦੂਰ ਹੋ ਜਾਂਦਾ ਜੇਕਰ ਕੋਈ ਇੱਥੇ ਧਿਆਨ ਰੱਖਣਾ ਸਿੱਖ ਜਾਵੇ। ਜਦੋਂ ਪੂਰਾ ਲਾਉਣਾ ਧਿਆਨ, ਤੇ ਉਦੋਂ ਪੂਰਾ ਲਾਉਣਾ ਜਦੋਂ ਸੰਸਾਰ ਦੇ ਕੰਮ ਵਿਹਾਰ ਕਰਨੇ ਆ, ਉਦੋਂ 40% ਧਿਆਨ ਜਿਹੜਾ ਹੈਗਾ ਵਾ ਉਹ ਇੱਥੇ 10ਵੇਂ ਦੀਵਾਰ ਦੇ ਵਿੱਚ ਰੱਖੋ, ਤੇ 60% ਦੇ ਨਾਲ ਕੰਮਕਾਰ ਕਰੋ। ਤੋ ਕੰਮਕਾਰ ਵੀ ਹੋਈ ਜਾਵੇਗਾ, ਤੇ 10ਵੇਂ ਦੀਵਾਰ ਦੇ ਵਿੱਚ ਸੁਰਤੀ ਚੜ੍ਹੀ ਰਹੇਗੀ। ਕੋਈ ਕਿਸੇ ਪ੍ਰਕਾਰ ਦਾ ਭੈ, ਵਹਿਮ, ਕਿਸੇ ਪ੍ਰਕਾਰ ਦੀ ਚਿੰਤਾ ਇਹ ਵੀ ਨਹੀਂ ਆਏਗੀ। ਇਹ ਨਹੀਂ ਆਏਗੀ, ਸ਼ੂਨਿਆ ਹੋ ਜਾਏਗਾ। ਤਾਂ ਹੀ ਸਰੀਰ ਦੇ ਵਿੱਚ ਖੂਨ ਸੰਚਾਰ ਜਿਹੜਾ ਹੈਗਾ ਉਹ ਸਹੀ ਹੋ ਜਾਂਦਾ, ਤੇ ਸਰੀਰ ਦੇ ਵਿੱਚੋਂ ਦਰਦਾਂ ਖਤਮ ਹੋ ਜਾਂਦੀਆਂ। ਤੋ ਇਹ ਪਰਮਾਤਮਾ ਜੀ ਨੇ ਆਖਿਆ ਕਿ ਇਸ ਤਰ੍ਹਾਂ ਵੱਡੀ ਸ਼ਾਂਤੀ ਮਨ ਨੂੰ ਪ੍ਰਾਪਤ ਹੁੰਦੀ ਹੈ। ਤੋ ਭਾਈ ਸੁੰਨਸਾਨ ਜਿਹੜੀ ਹੈਗੀ ਆ, ਜਾਂ ਜੰਗਲ ਦੇ ਵਿੱਚ ਹੁੰਦੀ ਆ, ਸ਼ਰਾਬੀਆਂ ਕੁਆਬੀਆਂ ਨੂੰ, ਜਾਂ ਤੇ ਉਹ ਉੱਥੇ ਮਹਾਤਮਾ ਲੋਕ ਸੁਰੱਖਿਅਤ ਹੁੰਦੇ ਨਾ, ਜਿਹੜੀ ਸੁੰਨਸਾਨ ਥਾਂ ਹੋਵੇ, ਤੇ ਜਾਂ ਫਿਰ ਸ਼ਰਾਬ ਵੇਚਣ ਵਾਲੇ ਪਹਿਲੇ ਸਮਿਆਂ ਦੇ ਵਿੱਚ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਤੇ ਪਿੰਡਾਂ ਦੇ ਬੰਦਿਆਂ ਨੇ ਕਹਿਣਾ ਜਹਾਜ਼ ਉਤਰਿਆ ਆ।
ਉਹਨੇ ਸ਼ਰਾਬ ਵੇਚਣ ਵਾਲੇ ਨੇ ਟੂਬ ਜਾਂ ਬਲੈਡਰ ਦੇ ਵਿੱਚ ਸ਼ਰਾਬ ਪਾਈ ਹੋਣੀ, ਪਿੰਡੋਂ ਬਾਰ-ਬਾਰ ਜਿੱਥੇ ਕਮਾਦ ਹੋਣਾ, ਗੰਨੇ ਹੋਣੇ, ਉਜਾੜ ਹੋਣੀ, ਸੜਕ ਦੂਰ ਹੋਣੀ, ਉੱਥੇ ਆਣ ਕੇ ਬਹਿ ਜਾਣ ਅਤੇ ਪੀਣ ਵਾਲਿਆਂ ਨੂੰ ਪਤਾ ਲੱਗ ਜਾਣਾ। ਉਹਨਾਂ ਨੇ ਹੌਲੀ ਹੌਲੀ ਸਾਈਡਾਂ 'ਤੇ ਤੁਰੇ ਜਾਣਾ ਅਤੇ ਉਹਨੇ ਪੈਸੇ ਲੈ ਕੇ ਗਾਂਹ ਜਾਣਾ। ਤੋ ਸੁਰੱਖਿਅਤ ਹੁੰਦਾ ਸੀਗਾ, ਸਾਧੂ ਵੀ ਸੁਰੱਖਿਅਤ ਹੁੰਦਾ ਇਕਾਂਤ ਵਿੱਚ, ਜੰਗਲ ਦੇ ਵਿੱਚ, ਅਤੇ ਇਹ ਜਿਹੜੇ ਸ਼ਰਾਬ ਵੇਚਣ ਵਾਲੇ ਵੀ ਸੁਰੱਖਿਅਤ, ਜਾਣੀ ਕਿ ਸੁਰੱਖਿਆ ਜਿਹੜੀ ਹੈਗੀ, ਸਨਾਟਾ ਜਿਹੜਾ ਰਹਿੰਦਾ, ਕੋਈ ਦੇਖਦਾ ਨਹੀਂ। ਤੋ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅਦੋਖ ਨਹੀਂ ਤਹਿ ਠਾਉ। ਕਿ ਭਾਈ ਇਹ ਜਿਹੜਾ ਦਸਵੇਂ ਦਵਾਰ ਹੁੰਦਾ ਨਾ, ਇਹ ਬੇਗਮ ਹੁੰਦਾ। ਜਦੋਂ ਇੱਥੇ ਆਪਾਂ ਪਹੁੰਚ ਜਾਈਏ, ਚਾਹੇ 10 ਮਿੰਟ ਹੀ ਇੱਥੇ ਰਹੀਏ, ਅਤੇ ਇਹ ਜਿਹੜਾ ਅਸਥਾਨ ਆ, ਇਹ ਗਮ ਰਹਿਤ ਕਰ ਦਿੰਦਾ। ਤੋ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਐਸਾ ਸ਼ਹਿਰ ਆ ਜਿੱਥੇ ਗਮ ਨਹੀਂ ਹੈਗਾ, ਨਾ ਇੱਥੇ ਕੋਈ ਦੁੱਖ ਆ, ਨਾ ਕੋਈ ਇੱਥੇ ਅਦੋਖ ਆ, ਕੋਈ ਡਰਾਉਣ ਵਾਲਾ ਵੀ ਨਹੀਂ। ਆਦਿ ਅਵਿਆਦੀ ਉਪਾਧੀ ਕਿਸੇ ਪ੍ਰਕਾਰ ਦੀ ਤਿੰਨੇ ਤਾਪ ਨਹੀਂ ਇੱਥੇ ਹੈਗੇ। ਤੋ ਮਾਨੋ ਦਸਵਾਂ ਦਵਾਰ ਬੇਗਮਪੁਰਾ ਜਿਹੜਾ ਜਿਹਨੂੰ ਕਹਿੰਦੇ ਨੇ, ਉਹ ਜੀਵ ਆਤਮਾ ਦੇ ਰਹਿਣ ਦਾ ਵਧੀਆ ਸ਼ਹਿਰ ਆ। ਇਹ ਜਿਹੜਾ ਇੱਥੇ ਰਹਿਣਾ, ਧਿਆਨ ਕਰਨਾ, ਚਾਹੇ 10 ਮਿੰਟ ਹੀ ਕਰੋ। ਭਾਈ ਸੁਣ ਲਿਆ ਨਾ, ਅਤੇ ਸੁਣ ਕੇ ਇਹਦਾ ਪ੍ਰੈਕਟੀਕਲ ਕਰੋ, ਫਿਰ ਇਹਦਾ ਫਾਇਦਾ ਹੋਵੇਗਾ, ਫਿਰ ਇਹਦਾ ਲਾਭ ਦੇਖਿਓ। ਕਿ ਕਦੀ ਸੋਚਿਆ ਨਹੀਂ ਹੋਵੇਗਾ, ਕਦੀ ਸੁਣਿਆ ਨਹੀਂ ਹੋਵੇਗਾ ਕਿ ਇਹਦਾ ਲਾਭ ਕੀ ਹੋਇਆ। ਕੁਝ ਗੱਲਾਂ ਹੁੰਦੀਆਂ ਜਿਹੜੀਆਂ ਕਰਕੇ ਹੀ ਪ੍ਰਾਪਤ ਹੁੰਦੀਆਂ। ਦੇਖੇ ਕੋ ਸਹਿਬਾ ਨਹੀਂ, ਤੇ ਕਹਿੰਦੇ ਹੁੰਦੇ ਕਿ ਨਹੀਂ। ਤੋ ਮਹਾਰਾਜ ਜੀ ਕਹਿੰਦੇ ਕਿ ਦੇਖਾ ਹੀ ਪ੍ਰਵਾਨ, ਕਹਤੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਕਿ ਭਾਈ ਅਮਲ ਕਰਿਆ ਕਰੋ, ਥੋੜ੍ਹਾ ਥੋੜ੍ਹਾ ਅਭਿਆਸ ਕਰਿਆ ਕਰੋ, ਇਸ ਤਰ੍ਹਾਂ ਕਰਕੇ ਦੇਖਿਆ ਕਰੋ। ਜਦੋਂ ਕਰਕੇ ਦੇਖੋਗੇ ਪਤਾ ਲੱਗੇਗਾ ਕਿ ਭਾਈ ਵਾਕਿਆ ਹੀ ਕੋਈ ਚੀਜ਼ ਹੈਗੀ ਸੀਗੀ। ਤੋ ਇਹ ਜਿਹੜਾ ਜੀਵ ਆ ਨਾ, ਇਹਨੂੰ ਬਚਪਨ ਤੋਂ ਜਿਹੜੇ ਸੰਸਕਾਰ ਮਿਲੇ ਹੋਏ ਨੇ, ਉਹ ਸੰਸਕਾਰ ਅੱਖਾਂ ਤੋਂ ਥੱਲੇ ਥੱਲੇ ਸਰੀਰ ਦੇਖਣ ਦੇ ਹੀ ਮਿਲੇ ਹੋਏ ਨੇ। ਇਸੇ ਕਰਕੇ ਇਹਦਾ ਬਹੁਤ ਜਿਹੜਾ ਪੱਕਾ ਸੁਭਾਅ ਹੋਇਆ ਵਾ, ਅੱਖਾਂ ਤੋਂ ਥੱਲੇ ਥੱਲੇ ਸਰੀਰ ਨੂੰ ਦੇਖਣ ਦਾ। ਤੋ ਸਰੀਰ ਨੂੰ ਥੱਲੇ ਦੇਖਣਾ ਜਿਹੜਾ ਇਹ ਦੁੱਖ ਵਾ, ਤੇ ਜਦੋਂ ਦਿਮਾਗ ਨੂੰ ਦੇਖਾਂਗੇ ਆਪਾਂ, ਦਸਵੇਂ ਦਵਾਰ ਨੂੰ ਦੇਖਾਂਗੇ, ਤੋ ਕਹਿੰਦੇ ਆ ਦੇਖਣੀ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਜਿਹੜੀ ਕੰਮ ਦੀ ਵਸਤੂ ਹੁੰਦੀ ਹੈ ਨਾ, ਉੱਚੀ ਹੁੰਦੀ ਹੈ। ਕੋਈ ਵੀ ਜਿਹੜਾ ਰਾਜਾ ਮਹਾਰਾਜਾ ਹੁੰਦਾ, ਪਦ ਪ੍ਰਤਿਸ਼ਠਾ ਵਾਲਾ, ਉਹਦੀ ਕੁਰਸੀ ਥੋੜ੍ਹੀ ਜਿਹੀ ਉੱਚੀ ਹੁੰਦੀ ਹੈ। ਚੰਗੀ ਚੀਜ਼ ਜਿਹੜੀ ਹੈ, ਜਾਂ ਚੰਗਾ ਰਾਜਾ ਜਿਹੜਾ, ਰਾਜੇ ਨੇ, ਅਧਿਕਾਰੀ ਲੋਕ ਨੇ, ਉਹਨਾਂ ਦੀ ਕੁਰਸੀ ਥੋੜ੍ਹੀ ਉੱਚੀ ਹੁੰਦੀ ਹੈ। ਤੋ ਇਸੇ ਤਰ੍ਹਾਂ ਹੀ ਇਹ ਜਿਹੜੇ 9 ਦਵਾਰੇ ਨੇ, ਇਹਨਾਂ ਦੀ ਕੁਰਸੀ ਥੱਲੇ ਆ, ਨੀਵੀਂ ਆ। ਤੋ ਇਹ ਜਿਹੜਾ ਦਸਮ ਦਵਾਰ ਆ, ਅਗੰਮ ਅਪਾਰਾ, ਦਸਵਾਂ ਦੁਆਰਾ ਅਗੰਮ ਅਪਾਰਾ। ਤੋ ਕਹਿੰਦੇ ਨੇ ਇਹ ਦਸਵਾਂ ਦੁਆਰਾ ਜਿਹੜਾ ਇਹ ਅਗੰਮ, ਇੱਥੇ ਪਹੁੰਚਾਂਗੇ ਨਾ ਤੇ ਅਗੰਮ ਹੋ ਜਾਵਾਂਗੇ, ਯਾਨੀ ਗਮ ਰਹਿਤ ਹੋ ਜਾਵਾਂਗੇ। ਤੋ ਬੰਦੇ ਨੂੰ ਕੋਈ ਵੀ ਦੁੱਖ ਜਦੋਂ ਹੁੰਦਾ ਨਾ, ਜਦੋਂ ਉਹਨੂੰ ਸੋਚਦਾ ਤੇ ਫਿਰ ਉਹ ਵੱਧਦਾ ਵਾ, ਤੇ ਜਦੋਂ ਉਹਨੂੰ ਸੋਚਾਂਗੇ ਇਹਨਾਂ ਤੇ ਆਪੇ ਘਟ ਜਾਣਾ। ਤੋ ਪ੍ਰਮਾਤਮਾ ਜੀ ਨੇ ਇਹ ਬਖਸ਼ਿਸ਼ ਦਿੱਤੀ ਆ। ਤੋ ਇਸ ਕਰਕੇ ਭਾਈ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਪਾਣੀ ਕਰੋ, ਔਰ ਸ਼ਰਧਾ ਸਹਿਤ, ਪ੍ਰੇਮ ਸਹਿਤ ਸੁਰਤੀ ਨੂੰ ਦਸਵੇਂ ਦਵਾਰ ਲਿਜਾ ਕੇ ਅਭਿਆਸ ਕਰੋ। ਬਹੁਤ ਲੰਮਾ ਚੌੜਾ ਨਹੀਂ, 10-20 ਮਿੰਟ
ਕਰ ਲਓ, ਇੰਨੇ ਦੇ ਨਾਲ ਹੀ ਬੈਟਰੀ ਚਾਰਜ ਹੋ ਜਾਏਗੀ ਤੇ ਸਾਰੀ ਦਿਹਾੜੀ ਫੁੱਲਾਂ ਵਾਂਗੂ ਨਿਕਲੋਗੇ। ਤੋ ਤਨ ਮਨ ਸੁਖੀ ਹੋ ਜਾਊਗਾ, ਤੋ ਜੀਵਨ ਜਿਹੜਾ ਹੈਗਾ ਉਹ ਸਫਲਾ ਹੋ ਜਾਊਗਾ। ਤੋ ਸਾਧ ਸੰਗਤ, ਇਹ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਇਹ ਸੇਵਾ ਕਿ ਭਾਈ ਜੇ ਕਿਸੇ ਨੂੰ ਫਾਇਦਾ ਹੋ ਜਾਏ ਤੋ ਸਰਵਣ ਕਰੋ ਜ਼ੋਰ ਦੇ ਨਾਲ, ਮੰਨਣ ਕਰੋ ਜ਼ੋਰ ਦੇ ਨਾਲ, ਨਿਧਿਆਸਨ ਕਰੋ ਜ਼ੋਰ ਦੇ ਨਾਲ। ਪਹਿਲੋਂ ਤਾਂ ਸੁਣਨ ਦੀ ਤਾਕਤ ਰੱਖੋ, ਕਿਉਂਕਿ ਜਿਹੜੀ ਮਾਇਆਵੀ ਸ਼ਕਤੀ ਹੁੰਦੀ ਨਾ ਉਹ ਅੰਦਰ ਭੁਲੇਖੇ ਪਾ ਦਿੰਦੀ ਆ ਕਿ ਮੈਨੂੰ ਸੁਣਨ ਦੀ ਲੋੜ ਨਹੀਂ, ਮੈਨੂੰ ਬਹੁਤ ਕੁਛ ਆਉਂਦਾ। ਜਦੋਂ ਇੱਦਾਂ ਮਨ ਵਿੱਚ ਹੋਵੇ ਨਾ ਤੂੰ ਸਮਝ ਲਓ ਕਿ ਮਾਇਆਵੀ ਸ਼ਕਤੀ ਜਿਹੜੀ ਹੈਗੀ ਆ ਉਹ ਕਿਸੇ ਪਾਸੇ ਲੱਗਣ ਨਹੀਂ ਦਿੰਦੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਮਾਇਆਵੀ ਸ਼ਕਤੀ ਦੀ ਜਿਹੜੀ ਆਵਾਜ਼ ਆ ਇਹਦੇ ਪਿੱਛੇ ਨਹੀਂ ਲੱਗਣਾ। ਵੇਦ ਪੁਕਾਰਨ ਪੋਥੀਆਂ ਨਾ ਬਿਨਾ ਕੂੜ ਗੱਲੀ ਹੋਛੀਆਂ, ਪੁਕਾਰ ਰਹੀ ਆ ਬਾਣੀ ਕਿ ਭਾਈ ਮਨ ਦੇ ਪਿੱਛੇ ਨਹੀਂ ਲੱਗਣਾ, ਸੁਣੋ ਜ਼ੋਰ ਦੇ ਨਾਲ ਸੁਣੋ, ਫਿਰ ਮੰਨੋ, ਮਨ ਦੇ ਵਿੱਚ ਵਿਚਾਰ ਕਰੋ ਕਿ ਹਾਂ ਭਾਈ ਗੱਲ ਤਾਂ ਠੀਕ ਆ, ਇਹਦੇ 'ਤੇ ਜ਼ਰੂਰ ਅਭਿਆਸ ਕਰਨਾ ਚਾਹੀਦਾ। ਫਿਰ 10 ਮਿੰਟ ਰੋਜ਼ ਅਭਿਆਸ ਕਰੋ ਅਤੇ ਦੇਖੋ ਫਿਰ ਤੁਹਾਨੂੰ 10 ਦਿਨਾਂ ਦੇ ਵਿੱਚ ਵਿੱਚ ਸਭ ਬਲੋਕੇਜਾਂ, ਸਭ ਦਰਦਾਂ, ਸਭ ਬਿਮਾਰੀਆਂ ਦੂਰ ਹੋ ਜਾਣਗੀਆਂ। ਅਤੇ ਜੀਵ ਨੂੰ ਆਪਣਾ ਨਿੱਜ ਘਰ ਮਿਲ ਜਾਏਗਾ। ਤੋ ਜੀਵਨ ਆਉਣਾ ਜਿਹੜਾ ਹੈਗਾ ਉਹ ਸਫਲ ਪਈ ਯਾਤਰਾ, ਆਉਣਾ ਜਾਣਾ ਰਹਿਆ ਮੇਰੇ ਸਾਥ। तो जीवन सफल हो जाएगा। तो लोक सुखिए परलोक सुहेले, नानक नाम चढ़दी कला तेरे भाणे सरबत दा भला। सतनाम वाहेगुरु, सतनाम वाहेगुरु।